सतगुरु दी प्यारी साध संगत जी, मेरे ਵੱਲੋਂ ਸਾਰਿਆਂ ਨੂੰ ਰਾਧਾ स्वामी जी। ਤੁਸੀਂ ਜਿੱਥੇ ਵੀ ਹੋਵੋਗੇ ਸਾਰੇ ਖੁਸ਼ ਹੋਵੋਗੇ, ਇਹੀ ਮੈਂ ਆਸ਼ਾ ਕਰਦਾ ਹਾਂ। ਅੱਜ 10 ਮਈ 2026 ਦਿਨ ਐਤਵਾਰ ਨੂੰ ਅੱਜ हुजूर जी ने डेरा ब्यास ਦੇ ਵਿੱਚ सत्संग फरमाया। ਅੱਜ ਬਾਬਾ ਜੀ ਵੀ ਸਟੇਜ ਦੇ ਉੱਤੇ ਮੌਜੂਦ ਸੀਗੇ ਤੇ ਅੱਜ ਆਪ ਜੀ ਨੇ ਜਿਹੜੀ ਬਾਣੀ ਲਿਖੀ ਉਹ ਪੰਜਵੀਂ ਪਾਤਸ਼ਾਹੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਲਿਖੀ, ਆਦ ਨਿਰੰਜਨ प्रभ निरंकारा। आप जी ने बड़ा खोल के ते सख्त लफ्ज़ां दे नाल ते रियलिटी नूं साडे सामने रखते हुए सानूं समझाउण दी कोशिश की। उस तो पहला मैं एक छोटी जी अपडेट संगत वास्ते रखना चाहुंदा हाँ जिहड़ी जुड़ी हुई है कि पहला मैं एक वीडियो पाई सी जिहदे विच मैं लाइव स्ट्रीमिंग की गल कीती सी कि डेरा ब्यास वल्लों मास्टर्स दे ऑफिशियल सत्संग डे वाले दिन डेरा ब्यास तो शब्द जिहड़े हैं वो लाइव स्ट्रीम किए जाएंगे। ਉਹਨਾਂ ਦਾ ਜਿਹੜਾ ਲਿੰਕ ਸੀ ਉਹ ਵੀ RSSB ਤੋਂ ऑफिशियल ਚੈਨਲ ਦੇ ਉੱਤੇ ਕ੍ਰੀਏਟ ਕੀਤਾ ਗਿਆ ਸੀ ਤੇ ਅੱਜ ਦੀ ਜਿਹੜੀ ਡੇਟ ਸੀ ਉਹ ਦਿੱਤੀ ਗਈ ਸੀ, ਤਾਂ ਕਰਕੇ ਆਪਾਂ ਨੇ ਵੀਡੀਓ ਬਣਾਈ ਸੀ। ਆਪਾਂ ਸੋਚਦੇ ਹਾਂ ਕਿ ਸੰਗਤ ਤੱਕ ਜਿਹੜੀ ਕੋਈ ਫੈਸਿਲਿਟੀ ਬਣਦੀ ਉਹ ਪਹੁੰਚ ਸਕੇ, ਲੇਕਿਨ ਅੱਜ ਦੇਖਿਆ ਗਿਆ ਹੈ ਕਿ ਉਹ ਜਿਹੜੀ ਲਾਈਵ ਸਟ੍ਰੀਮਿੰਗ ਸੀ ਉਹਨਾਂ ਨੂੰ ਕੈਂਸਲ ਕਰ ਦਿੱਤਾ ਗਿਆ ਹੈ ਕਿ ਇਹੋ ਜਿਹੀ ਕੋਈ ਵੀ ਲਾਈਵ ਸਟ੍ਰੀਮਿੰਗ ਅੱਜ ਨਹੀਂ ਕੀਤੀ ਗਈ। ਲੇਕਿਨ ਲਿੰਕ ਅਜੇ ਵੀ ਐਕਟਿਵ ਹੈ, ਲੇਕਿਨ ਉਸ ਦੇ ਉੱਤੇ ਲਾਈਵ नहीं ਕੀਤਾ ਗਿਆ। ਹੁਣ ਉਹਨਾਂ ਨੇ ਕਿਉਂ ਨਹੀਂ ਕੀਤਾ ਤੇ ਕਿਉਂ ਕੈਂਸਲ ਕਰ ਦਿੱਤਾ ਗਿਆ ਹੈ ਉਹ ਆਪ ਜਾਣਦੇ ਨੇ। ਜੇ ਕੋਈ ਇਹੋ ਜਿਹੀ ਇਨਫੋਰਮੇਸ਼ਨ ਆਊਗੀ ਤਾਂ ਤੁਹਾਡੇ ਨਾਲ ਸ਼ੇਅਰ ਕੀਤੀ ਜਾਊਗੀ, ਲੇਕਿਨ ਐਜ਼ ਆਫ ਨਾਓ ਜੋ ਪ੍ਰੋਗਰਾਮ ਜਿਹੜਾ ਹੈ ਲਾਈਵ ਸਟ੍ਰੀਮਿੰਗ ਦਾ ਉਹ ਕੈਂਸਲ ਹੈ, ਕੋਈ ਵੀ ਉਹਦੇ ਬਾਰੇ ਅਪਡੇਟ ਨਹੀਂ ਹੈ। ਅੱਜ ਦੀ ਜਿਹੜੀ ਸਤਸੰਗ ਦੀ ਸਮਰੀ ਹੈ ਉਹ ਮੈਂ ਸ਼ੇਅਰ ਕਰਨ ਜਾ ਰਿਹਾ ਹਾਂ। ਜਿਹੜੀ ਸੰਗਤ ਅੱਜ ਡੇਰਾ ਬਿਆਸ ਨਹੀਂ ਆ ਸਕੀ ਹੈ ਉਹ ਬੜੀ ਖੁਸ਼ੀ ਦੇ ਨਾਲ ਇਹ ਸਤਸੰਗ ਦੀ ਜਿਹੜੀ ਸਮਰੀ ਹੈ ਉਹ ਸੁਣ ਸਕਦੀ ਹੈ ਜੀ। हुजूर जी ने बाणी की शुरुआत करते हुए कहा कि ये जिहड़ी बाणी है ये गुरु अर्जन देव जी की बाणी है। आपने कहा कि देखो गुरु अर्जन देव जी इत्थे सानू समझाउण की कोशिश कर रहे हैं। आपने कहा कि देखो संत महात्मा जिहड़े भी हुंदे ने, जिहड़े भी संत महात्मा दुनिया दे विच आउंदे हन वो सारे ही सानू अपनी हडबीती ते अपने एक्सपीरियंस दे नाल समझाउण की कोशिश करते हैं। वो साडे विच आके सानू साडे वर्गे बन के सानू समझाउण की कोशिश करते हैं। हुजूर जी ने कहा कि देखो गुरु अर्जन देव जी ने 2000 शब्द लिखे हैं। जे आपां गुरु ग्रंथ साहब की गल करिए तो 1/4 बन जाता है। जिन्नी बाणी पूरी गुरु ग्रंथ साहब दे विच लिखी दर्ज है ਉਹਦਾ ਜਿਹੜਾ 1/4 हिस्सा है वो गुरु अर्जन देव जी का लिखित है ਤੇ बाकी होर संतां दा है। ਇੰਨੀ ਬਾਣੀ ਲਿਖਣ ਦਾ ਕੀ ਮਕਸਦ ਸੀ? ਇੰਨੀ ਬਾਣੀ ਲਿਖਣ ਦਾ ਮਕਸਦ ਸੀ ਕਿ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਬਦਲਾਵ ਲਾ ਸਕੀਏ, ਕੁਝ ਚੇਂਜ ਲਾ ਸਕੀਏ। ਆਪ ਜੀ ਨੇ ਸਮਝਾਇਆ ਕਿ ਆਮ ਤੌਰ ਤੇ 3 ਤਰੀਕੇ ਦੇ ਸ਼ਿਸ਼ ਹੁੰਦੇ ਹਨ। ਜੇ ਆਪਾਂ ਕਿਸੇ ਸਕੂਲ ਦੀ ਗੱਲ ਕਰੀਏ ਉੱਥੇ ਇੱਕ ਸ਼ਿਸ਼ ਹੁੰਦਾ ਹੈ ਜਿਹੜਾ ਸਕੂਲ ਤਾਂ ਰੋਜ਼ ਜਾਂਦਾ ਹੈ, ਲੇਕਿਨ ਉੱਥੇ ਜਿਹੜਾ ਮਾਸਟਰ ਹੈ, ਜਿਹੜਾ ਗੁਰੂ ਉਹਨੂੰ ਸਮਝਾਉਂਦਾ ਹੈ, ਉਹ ਧਿਆਨ ਨਹੀਂ ਦਿੰਦਾ। ਉਹਦਾ ਜਿਹੜਾ ਧਿਆਨ ਹੈ ਉਹ ਭਾਰੀ ਲੱਗਿਆ ਰਹਿੰਦਾ ਹੈ। ਉਹ ਆਪਣੇ ਘਰ ਤੋਂ ਰੋਜ਼ ਸਕੂਲ ਜਾਂਦਾ ਹੈ ਤੇ ਸਕੂਲ ਤੋਂ ਆਪਣੇ ਘਰ ਆ ਜਾਂਦਾ ਹੈ, ਇਹੀ ਉਹਦਾ ਜੀਵਨ ਹੁੰਦਾ ਹੈ। ਉਹਨੂੰ ਥੋੜਾ ਬਹੁਤਾ ਉਸ ਚੀਜ਼ ਦਾ ਫਾਇਦਾ ਮਿਲਦਾ ਹੈ, ਇੱਕ ਮਾਹੌਲ ਬਣਦਾ ਹੈ, ਲੇਕਿਨ ਉਹਦੀ ਜਿਹੜੀ ਸਾਈਕਲ ਹੈ ਆਉਣ ਜਾਣ ਦੀ ਉਹ ਇੱਦਾਂ ਹੀ ਚੱਲਦੀ ਰਹਿੰਦੀ ਹੈ, ਕੋਈ ਬਦਲਾਵ ਨਹੀਂ ਆਉਂਦਾ। ਦੂਜਾ ਸ਼ਿਸ਼ ਹੁੰਦਾ ਹੈ ਜਿਹੜਾ ਸਕੂਲ ਜਾਂਦਾ ਹੈ, ਉੱਥੇ ਮਾਸਟਰ ਜੋ ਪੜ੍ਹਾਉਂਦਾ ਹੈ ਉਸ ਨੂੰ ਬੜੇ ਧਿਆਨ ਦੇ ਨਾਲ ਸੁਣਦਾ ਹੈ, ਆਪਣੇ ਘਰ ਆਉਂਦਾ ਹੈ, ਲੇਕਿਨ ਘਰ ਆ ਕੇ ਸਾਰਾ ਕੁਝ ਭੁੱਲ ਜਾਂਦਾ ਹੈ। ਉਹ ਜਿਹੜੀਆਂ ਚੀਜ਼ਾਂ ਉੱਥੇ ਸਮਝਾਈਆਂ ਜਾਂਦੀਆਂ ਹਨ ਉਹਨੂੰ ਆਪਣੇ ਅਮਲ ਦੇ ਉੱਤੇ ਨਹੀਂ ਲਿਆਂਦਾ। ਤੇ ਤੀਜਾ ਸ਼ਿਸ਼ ਕਿਹੜਾ ਹੁੰਦਾ ਹੈ? ਤੀਜਾ ਸ਼ਿਸ਼ ਹੁੰਦਾ ਹੈ ਜਿਹੜਾ ਕਿ ਰੋਜ਼ ਸਕੂਲ ਜਾਂਦਾ ਹੈ, ਉੱਥੇ ਮਾਸਟਰ ਜੋ ਪੜ੍ਹਾਉਂਦਾ ਹੈ ਉਹ ਪੜ੍ਹਦਾ ਹੈ, ਆਪਣੇ ਘਰ ਆਉਂਦਾ ਹੈ, ਘਰ ਦੇ ਵਿੱਚ ਉਹ ਜਿਹੜਾ ਸਕੂਲ ਦੇ ਵਿੱਚ ਪੜ੍ਹਾਇਆ ਗਿਆ ਸੀ ਉਸ ਨੂੰ ਸਮਝ ਕੇ ਹੋਮਵਰਕ ਕਰਦਾ ਹੈ ਤੇ ਚੰਗੇ ਨੰਬਰ ਲੈ ਕੇ ਆਉਂਦਾ ਹੈ। ਤੇ ਸਾਡੀ ਵੀ ਪਰਮਾਰਥ ਦੇ ਵਿੱਚ ਉਹੀ ਹਾਲਤ ਹੈ। ਸਾਡੇ ਵਿੱਚੋਂ ਕੁਝ ਇਹੋ ਜਿਹੇ ਹੁੰਦੇ ਨੇ ਜਿਹੜੇ ਕਿ ਆਪਾਂ ਸਤਸੰਗ ਦੇ ਵਿੱਚ ਜਾਂਦੇ ਹਾਂ, ਬੜੇ ਸ਼ੌਕ ਦੇ ਨਾਲ ਜਾਂਦੇ ਹਾਂ, ਲੇਕਿਨ ਉੱਥੇ ਸਾਡਾ ਧਿਆਨ ਨਹੀਂ ਹੁੰਦਾ। ਇੱਥੇ ਵੀ ਸਾਡਾ ਧਿਆਨ ਪਾਰ ਦੇ ਚੀਜ਼ਾਂ ਦੇ ਵਿੱਚ ਲੱਗਿਆ ਰਹਿੰਦਾ ਹੈ, ਸਾਨੂੰ ਪਤਾ ਹੀ ਨਹੀਂ ਰਹਿੰਦਾ ਚੱਲ ਕੀ ਰਿਹਾ ਹੈ। ਦੂਜੇ ਆਪਾਂ ਹੁੰਦੇ ਹਾਂ ਜਿਹੜੇ ਇੱਥੇ ਤੋਂ ਸੁਣ ਕੇ ਜਾਂਦੇ ਹਾਂ ਲੇਕਿਨ ਘਰ ਜਾ ਕੇ ਅਮਲ ਨਹੀਂ ਕਰਦੇ ਤੇ ਸਾਰਾ ਕੁਝ ਭੁੱਲ ਜਾਂਦੇ ਹਾਂ। ਤੇ ਤੀਜੇ ਉਹ ਹੁੰਦੇ ਹਨ ਜਿਹੜੇ ਕਿ ਇੱਥੇ ਤੋਂ ਸੁਣ ਕੇ ਵੀ ਜਾਂਦੇ ਹਨ ਤੇ ਆਪਣੇ ਘਰ ਦੇ ਵਿੱਚ ਜਾ ਕੇ ਉਹ ਮਾਹੌਲ ਵੀ ਬਣਾਉਂਦੇ ਹਨ
ਤੇ ਚੀਜ਼ਾਂ ਨੂੰ ਅਮਲ ਵੀ ਕਰਦੇ ਹਨ। ਤਿੰਨਾਂ ਸ਼ਿਸ਼ਾਂ ਦੇ ਵਿੱਚ ਜਿਹੜਾ ਸਭ ਤੋਂ ਆਖਰੀ ਦਾ ਸ਼ਿਸ਼ ਹੈ ਉਹ ਪੂਰਾ ਇਸ ਚੀਜ਼ ਦਾ ਫਾਇਦਾ ਉਠਾ ਪਾਉਂਦਾ ਹੈ। ਤਾਂ ਭਾਈ ਸਾਨੂੰ ਵੀ ਸ਼ੁਰੂਆਤ ਪਹਿਲੇ ਤੋਂ ਕਰਦੇ ਹੋਏ ਤੀਜੇ ਤੱਕ ਜਾਣਾ ਹੈ। ਹਜ਼ੂਰ ਜੀ ਨੇ ਕਿਹਾ ਕਿ ਆਪਾਂ ਜੇ ਚੀਜ਼ਾਂ ਨੂੰ ਅਮਲ ਕਰਾਂਗੇ ਤਾਂ ਸਾਡੀ ਕੋਈ ਚੜ੍ਹਾਈ ਹੋ ਸਕਦੀ ਹੈ, ਸਾਡਾ ਕੁਝ ਬਣ ਸਕਦਾ ਹੈ। ਨਹੀਂ ਤਾਂ ਇਹ ਮਾਹੌਲ ਬਣਾਉਣਾ ਕਿ ਇਸ ਤਰੀਕੇ ਦੇ ਨਾਲ ਪਹੁੰਚ ਜਾਣਗੇ ਨਹੀਂ ਹੋ ਸਕਦਾ। ਉਹਨਾਂ ਨੇ ਕਿਹਾ ਕਿ ਆਪਾਂ ਤਾਂ ਆਪਣੇ ਘਰ ਪਰਿਵਾਰ ਦਾ ਜਿਹੜਾ ਫੋਰਸ ਹੈ, ਆਪਣੇ ਘਰ ਪਰਿਵਾਰ ਦਾ ਜਿਹੜਾ ਇਨਕਲਾਈਨੇਸ਼ਨ ਹੈ, ਉਸ ਕਰਕੇ ਧਰਮਾਂ ਸਥਾਨਾਂ ਦੇ ਉੱਤੇ ਜਾਂਦੇ ਆ। ਹਜ਼ੂਰ ਜੀ ਨੇ ਸਖਤ ਕਿਹਾ ਕਿ ਦੇਖੋ ਅੱਜ ਆਪਾਂ ਜੋ ਵੀ ਕਰ ਰਹੇ ਹਾਂ, ਆਪਾਂ ਜ਼ਿਆਦਾਤਰ ਉਹ ਇਸ ਲਈ ਕਰ ਰਹੇ ਹਨ ਕਿਉਂਕਿ ਸਾਡਾ ਪਰਿਵਾਰ, ਸਾਡਾ ਜਿਹੜਾ ਰਿਸ਼ਤੇ ਨਾਤੇ ਹਨ ਉਸ ਚੀਜ਼ ਨੂੰ ਕਰਦੇ ਆ ਰਹੇ ਹਨ। ਕਿਸੇ ਦੇ ਵਡੇਰੇ ਤੀਰਥਾਂ ਤੇ ਜਾਂਦੇ ਹੁੰਦੇ ਸੀ, ਆਪਾਂ ਵੀ ਤੀਰਥਾਂ ਤੇ ਜਾ ਰਹੇ ਹਾਂ। ਕਿਸੇ ਦੇ ਵਡੇਰੇ ਮੰਦਿਰ ਮਸਜਿਦ ਗੁਰਦੁਆਰੇ ਤੇ ਜਾਂਦੇ ਸੀ, ਆਪਾਂ ਵੀ ਉੱਥੇ ਜਾਣਾ ਸ਼ੁਰੂ ਕਰ ਦਿੱਤਾ। ਕਿਸੇ ਦੇ ਵਡੇਰੇ ਸਤਸੰਗ ਡੇਰੇ ਦੇ ਵਿੱਚ ਆਉਂਦੇ ਹਨ, ਆਪਾਂ ਵੀ ਡੇਰੇ ਆਣੇ ਸ਼ੁਰੂ ਕਰ ਦਿੱਤਾ। ਲੇਕਿਨ ਇੱਥੇ ਕੋਈ ਵਿਰਲੇ ਹੀ ਹੁੰਦਾ ਹੈ ਜਿਹੜਾ ਇਹ ਪੁੱਛਦਾ ਹੈ ਕਿ ਆਪਾਂ ਇੱਥੇ ਆ ਕਿਉਂ ਰਹੇ ਹਾਂ, ਆਪਾਂ ਇਹਨਾਂ ਤੀਰਥਾਂ ਦੇ ਉੱਤੇ ਕਿਉਂ ਜਾ ਰਹੇ ਹਾਂ। ਹਜ਼ੂਰ ਜੀ ਨੇ ਕਿਹਾ ਕਿ ਇਹ ਨਹੀਂ ਕਿ ਆਪਾਂ ਨੂੰ ਨਹੀਂ ਜਾਣਾ ਚਾਹੀਦਾ, ਲੇਕਿਨ ਉਹਨਾਂ ਨੇ ਕਿਹਾ ਕਿ ਹਰ ਚੀਜ਼ ਜਿਹੜੀ ਵੀ ਦੁਨੀਆ ਦੇ ਵਿੱਚ ਹੈ ਉਹਦਾ ਇੱਕ ਆਬਜੈਕਟਿਵ ਹੈ, ਉਹਦੀ ਇੱਕ ਮਕਸਦ ਹੋਣਾ ਚਾਹੀਦਾ ਹੈ ਕਿ ਜੇ ਆਪਾਂ ਕੋਈ ਚੀਜ਼ ਕਰ ਰਹੇ ਹਨ, ਕਿੱਥੇ ਜਾ ਰਹੇ ਹਨ, ਉਹਦਾ ਫਾਇਦਾ ਕੀ ਹੈ। ਤਾਂ ਉੱਥੇ ਜੇ ਆਪਾਂ ਜਾ ਕੇ ਜਿਹੜੀਆਂ ਚੀਜ਼ਾਂ ਉੱਥੇ ਸਮਝਾਈਆਂ ਜਾਂਦੀਆਂ ਹਨ, ਜੇ ਉਸ ਨੂੰ ਅਮਲ ਦੇ ਉੱਤੇ ਨਹੀਂ ਲਾਵਾਂਗੇ ਤਾਂ ਫਿਰ ਕੀ ਹੋਊਗਾ। ਇਹ ਤਾਂ ਫਿਰ ਚੱਲਦੇ ਰਹਿਣਗੇ, ਅੱਗੇ ਤੁਹਾਡੀ ਵੀ ਪੀੜ੍ਹੀਆਂ ਇਸ ਤਰੀਕੇ ਦੇ ਨਾਲ ਚੱਲਦੀ ਰਹਿਣਗੀ, ਲੇਕਿਨ ਹੱਥ ਤਾਂ ਕੁਝ ਨਹੀਂ ਲੱਗਾ। ਫਿਰ ਆਪਨੇ ਅੱਗੇ ਸਮਝਾਇਆ 3 ਗੁਣਾ ਬਾਰੇ ਕਿ 3 ਗੁਣ ਹੁੰਦੇ ਹਨ। ਇੱਕ ਹੁੰਦਾ ਹੈ ਰਜੋਗੁਣ, ਇੱਕ ਹੁੰਦਾ ਹੈ ਤਮੋਗੁਣ ਤੇ ਇੱਕ ਹੁੰਦਾ ਹੈ ਸਤੋਗੁਣ। ਰਜੋਗੁਣ ਕੀ ਕਰਦਾ ਹੈ? ਰਜੋਗੁਣ ਹੁੰਦਾ ਹੈ ਜਿਹਦੇ ਵਿੱਚ ਆਪਾਂ ਆਲਸ ਦੇ ਵਿੱਚ ਆ ਜਾਂਦੇ ਹਾਂ, ਆਲਸ ਤੇ ਜਿਹੜੇ ਪ੍ਰੋਕਾਸਟੀਨੇਸ਼ਨ ਹੈ ਉਹਦੇ ਵਿੱਚ ਆ ਜਾਂਦੇ ਹਾਂ। ਤਮੋਗੁਣ ਹੁੰਦਾ ਹੈ ਜਿਹਦੇ ਵਿੱਚ ਆਪਾਂ ਜੀਤ ਦੀ ਲਾਲਸਾ ਕਰਦੇ ਹਾਂ, ਆਪਾਂ ਨੂੰ ਈਗੋ ਆ ਜਾਂਦੀ ਹੈ, ਅਹੰਕਾਰ ਆ ਜਾਂਦਾ ਹੈ। ਤੇ ਤੀਜਾ ਹੁੰਦਾ ਹੈ ਸਤੋਗੁਣ, ਜਿਹਦੇ ਵਿੱਚ ਆਪਾਂ ਤਪ ਕਰਦੇ ਹਾਂ, ਹਵਨ ਕਰਦੇ ਹਾਂ। ਲੇਕਿਨ ਤਿੰਨਾਂ ਦੇ ਵਿੱਚ ਸਾਨੂੰ ਹਾਸਲ ਤਾਂ ਕੁਝ ਨਹੀਂ ਹੁੰਦਾ, ਕਿਉਂਕਿ ਇਹ ਜਿਹੜੀਆਂ ਚੀਜ਼ਾਂ ਆਪਾਂ ਨੇ ਬਣਾ ਦਿੱਤੀਆਂ ਇਹਨਾਂ ਦੇ ਨਾਲ ਉਹ ਮਾਲਕ ਨਹੀਂ ਮਿਲ ਸਕਦਾ। ਇਹ ਇਨਸਾਨ ਨੇ ਆਪਣੀ ਕਨਵੀਨੀਅੰਸ ਦੇ ਮੁਤਾਬਕ ਬਣਾਈ ਹੈ, ਕਿਉਂਕਿ ਇਨਸਾਨ ਕਮਜ਼ੋਰ ਸੀਗਾ। ਹਜ਼ੂਰ ਜੀ ਨੇ ਕਿਹਾ ਕਿ ਦੇਖੋ ਹਰ ਚੀਜ਼ ਦੇ ਵਿੱਚ ਜੇ ਆਪਾਂ ਦੇਖੀਏ ਐਨਰਜੀ ਵਸਦੀ ਹੈ। ਆਪਾਂ ਨੂੰ ਨਾਮ ਕਹਿ ਦਿੰਦੇ ਆ, ਆਪਾਂ ਨੂੰ ਸ਼ਬਦ ਕਹਿ ਦਿੰਦੇ ਆ। ਜੇ ਆਪਾਂ ਰੈਫਰੈਂਸ ਵੀ ਲਈਏ, ਇਫ ਵੀ ਟੁਕ ਰੈਫਰੈਂਸ ਫਰਮ ਦਾ ਸਾਇੰਸ ਪਰਸਪੈਕਟਿਵ, ਕਿ ਆਪਾਂ ਜੇ ਵਿਗਿਆਨ ਦਾ ਵੀ ਸਹਾਰਾ ਲੈ ਕੇ ਵੇਖੀਏ ਤਾਂ ਵਿਗਿਆਨ ਦੇ ਵਿੱਚ ਕੀ ਸਮਝਾਇਆ ਜਾਂਦਾ ਹੈ? 2 ਚੀਜ਼ਾਂ ਹੁੰਦੀਆਂ ਹਨ, ਇੱਕ ਸਜੀਵ ਲਿਵਿੰਗ, ਇੱਕ ਹੁੰਦੀ ਹੈ ਨਿਰਜੀਵ ਨੋਨ ਲਿਵਿੰਗ। ਸਮਝਾਇਆ ਜਾਂਦਾ ਹੈ ਕਿ ਦੋਨਾਂ ਦੇ ਵਿੱਚ ਕੁਝ એનર્ਜੀ ਹੁੰਦੀ ਹੈ, ਉਹਨਾਂ ਨੂੰ એનર્ਜੀ ਕਹਿੰਦੇ ਆ। ਪਰਮਾਰਥ ਦੇ ਵਿੱਚ ਉਹਨੂੰ ਆਤਮਾ ਕਹਿ ਦਿੰਦੇ ਆ, ਸ਼ਬਦ ਕਹਿ ਦਿੰਦੇ ਆ, ਜੋਤ ਕਹਿ ਦਿੰਦੇ ਆ। ਆਪਾਂ ਯੂਨੀਵਰਸ ਦੀ ਗੱਲ ਕਰੀਏ, ਆਪਾਂ ਪ੍ਰithvi ਤੋਂ ਬਾਹਰ ਜਾਂਦੇ ਆ, ਉੱਥੇ ਵੀ ਸਾਇੰਟਿਸਟ ਕੀ ਕਹਿੰਦੇ ਆ, ਉੱਥੇ ਵੀ એનર્ਜੀ ਹੈ। ਕੋਈ ਹੈ ਜੋ ਸਾਰੀਆਂ ਚੀਜ਼ਾਂ ਨੂੰ ਚਲਾ ਰਿਹਾ ਹੈ, ਕੋਈ ਹੈ ਜੋ ਇੱਕ ਤਾਕਤ ਜਿਹੜੀ ਕਿ ਇਸ ਪੂਰੇ ਕਾਇਨਾਤ ਨੂੰ ਵਸਾਈ ਬੈਠੀ ਹੈ। ਤਾਂ ਭਾਵੇਂ ਨਾਮ ਅਲੱਗ ਹੋ ਜਾਣ, ਲੇਕਿਨ ਇਸ ਤੋਂ ਜਿਹੜੀ ਉਹ ਹਸਤੀ ਹੈ ਉਹ ਅਲੱਗ ਨਹੀਂ ਹੋਣ ਲੱਗੀ। ਆਪ ਜੀ ਨੇ ਕਿਹਾ ਕਿ ਆਪਾਂ ਨੇ ਦੇਖੋ ਪ੍ਰੇਮ ਦੇ ਵਿੱਚ ਆ ਕੇ ਜਿਹੜੇ ਵੀ ਆਪਾਂ ਨੇ ਨਾਮ ਰੱਖ ਦਿੱਤੇ, ਉਹ ਉਹਨਾਂ ਦੇ ਜਾਤੀ ਤੇ ਸਿਫਾਤੀ ਨਾਮ ਹੋ ਸਕਦੇ ਹਨ। ਕਿਸੇ ਨੇ ਉਹਨਾਂ ਨੂੰ ਰਾਮ ਕਹਿ ਦਿੱਤਾ, ਕਿਸੇ ਨੇ ਉਹਨਾਂ ਨੂੰ ਅੱਲਾ ਕਹਿ ਦਿੰਦਾ, ਕਿਸੇ ਨੇ ਉਹਨਾਂ ਨੂੰ ਵਾਹਿਗੁਰੂ ਕਹਿ ਦਿੰਦਾ, ਲੇਕਿਨ ਉਹ ਜਿਹੜਾ ਮਾਲਕ ਹੈ ਉਹ ਇੱਕੋ ਹੀ ਹੈ। ਉਹਦੀ ਜਿਹੜੀ ਹਸਤੀ ਹੈ ਉਹ ਅਲੱਗ ਨਹੀਂ ਹੋ ਸਕਦੀ, ਉਹ ਹੋਵੇਗਾ ਇੱਕੋ ਹੀ। ਉਹਨਾਂ ਨੇ ਕਿਹਾ ਜੀ ਆਪਾਂ ਗ੍ਰੰਥਾਂ ਪੋਥੀਆਂ ਨੂੰ ਵੀ ਲੈ ਕੇ ਦੇਖ ਲਈਏ। ਹਜ਼ੂਰ ਜੀ ਨੇ ਕਿਹਾ ਕਿ ਆਪਾਂ ਦੇਖੀਏ ਮੁਸਲਮਾਨਾਂ ਦਾ ਪੜ੍ਹਦੇ ਹਾਂ, ਉੱਥੇ ਕੀ ਕਿਹਾ ਗਿਆ ਹੈ? ਰੱਬੁਲ ਆਲਮੀਨ, ਉਹ ਜਿਹੜਾ ਕਿ ਪੂਰੇ ਆਲਮ ਦਾ ਹੈ। ਉਹਨਾਂ ਨੇ ਕਿਹਾ ਆਪਾਂ ਬਾਈਬਲ ਦਾ ਰੈਫਰੈਂਸ ਲੈ ਕੇ ਦੇਖ ਲਈਏ, ਬਾਈਬਲ ਦੇ ਵਿੱਚ ਕੀ ਕਿਹਾ ਗਿਆ ਹੈ? ਦ ਲਾਰਡ ਇਜ਼ ਵਨ, ਕਿ ਉਹ ਜਿਹੜਾ ਪਰਮਾਤਮਾ ਹੈ ਉਹ ਇੱਕੋ ਹੀ ਹੈ। ਆਪਾਂ ਸਿੱਖ ਧਰਮ ਨੂੰ ਲੈ ਕੇ ਦੇਖ ਲਈਏ, ਇੱਕ ਓਂਕਾਰ, ਉਹ ਇੱਕ, ਤੇ ਹਰ ਜਗ੍ਹਾ ਉਸ ਇੱਕ ਦੀ ਗੱਲ ਕੀਤੀ ਗਈ। ਲੇਕਿਨ ਅੱਜ ਇਨਸਾਨ ਹੈ ਕਿ ਉਹ ਆਪਣੀ ਸੋਚ ਦੇ ਨਾਲ ਇਹ ਸਾਰੀਆਂ ਚੀਜ਼ਾਂ ਨੂੰ ਵੰਡ ਕੇ ਬਹਿ ਗਿਆ ਹੈ। ਹਜ਼ੂਰ ਜੀ ਨੇ ਕਿਹਾ ਕਿ ਤੁਸੀਂ ਦੇਖੋ ਜਿੰਨਾ ਖੂਨ ਖਰਾਬਾ, ਜਿੰਨੀ ਲੜਾਈਆਂ ਝਗੜੇ ਧਰਮ ਨੂੰ ਲੈ ਕੇ ਦੁਨੀਆ ਦੇ ਵਿੱਚ ਹੋਏ ਹਨ, ਹੋਰ ਕਿਸੇ ਸਬਜੈਕਟ ਦੇ ਉੱਤੇ ਇੰਨੇ ਲੜਾਈ ਝਗੜੇ ਨਹੀਂ ਹੋਏ ਹਨ।
ਆਪਾਂ ਤਾਂ ਉਸ ਮਾਲਿਕ ਨੇ ਜਿਨ੍ਹਾਂ ਨੇ ਫਾਊਂਡੇਸ਼ਨ ਹੀ ਪਿਆਰ ਦੀ ਬਣਾਈ ਸੀ, ਲਵ ਦੀ ਬਣਾਈ ਸੀ, ਆਪਾਂ ਤਾਂ ਉਹਦੇ ਵਿੱਚ ਵੀ ਨਫ਼ਰਤ ਲੈ ਕੇ ਆ ਗਏ ਕਿ ਇਹਦੇ ਨਾਲ ਸਾਰਾ ਕੁਝ ਹੋ ਸਕਦਾ ਹੈ। ਫਿਰ ਆਪਨੇ ਕਿਹਾ ਕਿ ਦੇਖੋ ਬਾਣੀ ਵੀ ਸਾਨੂੰ ਖੂਬਸੂਰਤੀ ਦੇ ਨਾਲ ਸਮਝਾਉਂਦੀ ਹੈ, ਆਦ ਨਿਰੰਜਨ ਪ੍ਰਭ ਨਿਰੰਕਾਰਾ, ਕਿ ਉਹ ਮਾਲਿਕ ਜਿਹੜਾ ਕਿ ਆਦ ਜੁਗਾਤ ਤੋਂ ਸੱਚ ਹੈ। ਆਪਾਂ ਇੱਥੇ ਚੱਤੋ ਦੁਨੀਆ ਬਣਾਈ ਹੈ, ਉਹ ਤੱਤ ਤੋਂ ਇਸ ਦੁਨੀਆ ਦਾ ਮਾਲਕ ਹੈ, ਉਸ ਦੁਨੀਆ ਦਾ ਕ੍ਰੀਏਟਰ ਹੈ। ਆਦ ਨਿਰੰਜਨ, ਅੰਜਨ ਕਹਿੰਦੇ ਆ ਮਾਇਆ ਨੂੰ, ਨਿਰੰਜਨ ਕਹਿੰਦੇ ਆ ਜੋ ਮਾਇਆ ਰਹਿਤ ਹੈ, ਜਿਨ੍ਹਾਂ ਨੂੰ ਉਹ ਜਿਹੜਾ ਭਰਮ ਹੈ ਉਹ ਖੋ ਨਹੀਂ ਸਕਦਾ, ਉਹ ਸੱਚ ਹੈ, ਉਹ ਅਟਲ ਹੈ, ਜਿਨ੍ਹਾਂ ਨੇ ਸਾਰੀਆਂ ਚੀਜ਼ਾਂ ਨੂੰ ਬਣਾਇਆ ਹੈ। ਤੇ ਉਹ ਪ੍ਰਭ ਨਿਰੰਕਾਰ, ਉਹਦਾ ਕੋਈ ਆਕਾਰ ਨਹੀਂ ਹੈ, ਉਹਦੀ ਕੋਈ ਸ਼ੇਪ ਨਹੀਂ, ਉਹ ਤਾਂ ਹਰ ਜ਼ਰਰੇ ਜ਼ਰਰੇ ਦੇ ਵਿੱਚ ਵਿਰਾਜਮਾਨ ਹੈ। ਆਪਨੇ ਸਮਝਾਇਆ ਕਿ ਉਹ ਜਿਹੜਾ ਰਸ ਹੈ ਉਹ ਵੀ ਮਾਲਕ ਹੈ, ਉਹ ਜਿਹੜਾ ਰਸਨਹਾਰ ਹੈ, ਉਹ ਜਿਹੜਾ ਰਸ ਦਾ ਆਧਾਰ ਹੈ ਉਹ ਵੀ ਮਾਲਕ ਹੈ, ਆਪੇ ਰਸੀਆ। ਤੇ ਉਹ ਜਿਹੜਾ ਰਸ ਹੈ ਉਹ ਵੀ ਮਾਲਕ ਹੈ। ਮਾਲਕ ਦੀ ਜਿਹੜੀ ਹਸਤੀ ਹੈ ਉਹ ਅਲੱਗ ਨਹੀਂ ਹੋ ਸਕਦੀ। ਇਹ ਇਨਸਾਨ ਦੀ ਫਿਤਰਤ ਹੈ ਕਿ ਉਹਨਾਂ ਨੇ ਉਸ ਮਾਲਕ ਨੂੰ ਅਲੱਗ ਕਰਕੇ ਬੈਠ ਗਿਆ ਹੈ। आपने फिर एग्जाम्पल लिखा कि देखो जिहड़ी मछली पकड़न वाला है वो भी मालिक है, जिहड़ा मछली है वो भी मालिक है, ते जिहड़ा समंदर है जिहदे विच मछली है वो भी मालिक है। सारा कुछ मालिक ही मालिक है। लेकिन उस अवस्था तक पहुंचण वास्ते सानू वो एकाग्रता चाहिए है कि जब सानू सारियां चीज़ां दे विच वो मालिक नज़र आना शुरू कर देवे। हुजूर जी ने सख्त कहा कि अज आपां पूरी तरीके दे नाल अपने आप नू इस तरीके दे नाल बने बैठे हैं कि आप अपनी जिंदगी दे विच वो बदलाव लैके नहीं आ रहे। जिन्ना चिर वो बदलाव नहीं आऊगा आप किवें अगे वध सकते हैं। हुजूर जी ने कहा कि आज आप परम पाखंडा दे विच फस गए हैं। आप सोचते हैं कि आप जिहड़ियां चीज़ां सानू प्रोजेक्ट करके दिखाई दिंदियां हन वो आप करना शुरू कर दईए। आपने समझाया कि पहली पातशाही दा वक्त सी, आप देख रहे सी कि एक नदी दे विच कुछ पंडित सूरज की तरफ मुंह करके पानी दे रहे सी। जब आप जी ने पहली पातशाही ने उन्होंने तो पूछा कि आप जी ये की कर रहे हो, तो उन्होंने कहा कि आप अपने पूर्वजों तक पानी पहुंचा रहे हैं। तो उन्होंने की किया, पहली पातशाही ने उन्होंने तो उल्ट होके अपनी पानी लैके जाना शुरू कर दिता। तो जब पंडितां ने उन्होंने कोल वेख्या तो कहा कि तुसी की कर रहे हो। उन्होंने कहा कि मैं करतारपुर अपने खेतों के विच पानी पहुँचा रहा हाँ। तो जिहड़े पंडित सीगे वो हसन लग पे। उन्होंने कहा कि इत्थे तो थोड़े करतारपुर जिहड़ा है उत्थे तक पानी पहुँच जूगा, कित्थे करतारपुर, तुसी कित्थे खड़े हो। तो गुरु नानक देव जी ने कहा कि भाई जे ये पानी थोड़े पूर्वजों तक पहुँच सकता है तो एक ही करतारपुर नहीं पहुंच सकता। करतारपुर तो फिर भी नेड़े तेड़े ही है, पूर्वज तो पता नहीं कित्थे होणगे। तो उस बाणी नूं, उस तर्क नूं लैण दा की सीगा। महाराज सानू समझाना चाहुंदे हन कि आपां ने पाखंडा दे विच नहीं फसना है कि जिहड़ियां चीज़ां चलदी होईयां आईयां हन उन्हां नूं बिना लॉजिकल परस्पैक्टिव तो आपां फॉलो करना शुरू कर दईए। हजूर जी ने कहा कि सारी जिंदगी दे विच जिहड़ा कुछ भी आप करते हैं एक मकसद लैके करना चाहिए है। सानू उहदा लॉजिक पता होना चाहिए है कि आप जिहड़ा कुछ कर रहे हैं वो कितना सही है तो कितना गलत है। आपने कहा कि पूजा करे लेकिन विध नहीं जाने, कि इंसान पूजा तो करना चाहता है, वो चाहता तो है कि मालिक तक पहुंचे, लेकिन उसकी विधि नहीं जानता। जिन्ना चिर विधि नहीं जानूगा, जिन्ना चिर वो प्रोसीजर नहीं जानूगा, वो मालिक तक नहीं पहुंच सकता। आप करते रहिए, इन्हां दे नाल नहीं होण लगा। आप सरोवरां दे विच डुबकी लगांदे हैं। आपने कहा पलटू साहब कहते हैं कि पलटू गहरी डुबकी मार के किन पायो करतार, कि अज तक कोई इहो जिहा नहीं होया जिन्हां ने डुबकी मार के उस करतार नूं पाया होवे। कोई है इहो जिहा कह सके कि मैं सरोवर दे विच गया सी, उत्थे मैनूं करतार मिल गया, वो रब मिल गया। ये साडी गलत फहमी है। हाँ करके हुजूर जी ने कहा कि आपां ने इन्हां पाखंडां तो उत्ते उठना है। मालिक ने जिहड़ी विधि सानू समझाई है वो करके विखानी है। वो जिहड़ा नाम है, वो शब्द है, वो सानू अगे लैके जाऊगा, नहीं तो आपां अगे नहीं जा सकते। उन्होंने कहा कि वो मालिक जिहड़ा है वो तो शरण दे विच सानू लैना चाहुंदा है, वो तो सारियां नू अपनी शरण दे विच लैंदा है।
ਕੁਝ ਅਵਤਾਰ ਰੂਪ ਦੇ ਵਿੱਚ ਵੀ ਆਂਦਾ ਹੈ, ਉੱਥੇ ਵੀ ਸਾਨੂੰ ਸ਼ਰਨ ਦੇ ਵਿੱਚ ਲੈਂਦਾ ਹੈ। ਆਪ ਜੀ ਨੇ ਉਦਾਹਰਨ ਲਿੱਤਾ ਰਾਮਚੰਦਰ ਜੀ ਦਾ। ਆਪਨੇ ਕਿਹਾ ਕਿ ਅਵਤਾਰ ਰੂਪ ਦੇ ਵਿੱਚ ਆਏ। ਆਪ ਜੀ ਨੇ ਵਿਭੀਸ਼ਣ ਜਿਹੜਾ ਕਿ ਦੁਸ਼ਮਣ ਦਾ ਭਾਈ ਸੀ, ਉਹਨਾਂ ਨੂੰ ਵੀ ਆਪਣੀ ਸ਼ਰਨ ਦੇ ਵਿੱਚ ਲੈ ਦਿੱਤਾ। ਆਪ ਜੀ ਨੇ ਗੁਰੂ ਅਮਰਦਾਸ ਜੀ ਦਾ ਐਗਜ਼ਾਮਪਲ ਲਿੱਤਾ ਕਿ ਆਪ ਨੇ ਜਦ ਉੱਥੇ ਲਕਵੇ ਦੀ ਬਿਮਾਰੀ ਸੀਗਾ, ਕੋਈ ਉਹਨਾਂ ਨੂੰ ਆਪਣੇ ਘਰ ਦੇ ਵਿੱਚ ਵੱਢਣ ਨਹੀਂ ਦੇ ਰਿਹਾ ਸੀ, ਲੇਕਿਨ ਗੁਰੂ ਅਮਰਦਾਸ ਜੀ ਨੇ ਉਹਨਾਂ ਸਾਰਿਆਂ ਨੂੰ ਸ਼ਰਨ ਦਿੱਤੀ। ਤੇ ਆਪਾਂ ਕੋਈ ਵੀ ਇਤਿਹਾਸ ਉਠਾ ਕੇ ਦੇਖ ਲਈਏ, ਗੁਰੂ ਮਹਾਤਮਾਵਾਂ ਨੇ ਕਦੀ ਵੀ ਕਿਸੇ ਦੇ ਨਾਲ ਫਰਕ ਨਹੀਂ ਕੀਤਾ। ਉਹਨਾਂ ਨੇ ਤਾਂ ਸਾਰਿਆਂ ਨੂੰ ਆਪਣੀ ਸ਼ਰਨ ਦੇ ਵਿੱਚ ਲਿੱਤਾ ਹੈ। ਲੇਕਿਨ ਭਾਈ ਉਂਗਲੀ ਤਾਂ ਸਾਨੂੰ ਫੜਾਣੀ ਪਊਗੀ, ਸਾਨੂੰ ਉੱਥੇ ਚੱਲ ਕੇ ਜਾਣਾ ਪਊਗਾ। ਹਜ਼ੂਰ ਜੀ ਨੇ ਸਖਤ ਕਿਹਾ ਕਿ ਅੱਜ ਆਪਾਂ ਮਾਲਿਕ ਤੋਂ ਦੂਰ ਹੋਈ ਬੈਠੇ ਹਾਂ। ਹਜ਼ੂਰ ਜੀ ਨੇ ਕਿਹਾ ਕਿ ਦੇਖੋ ਅੱਜ ਆਪਾਂ ਸਾਰੇ ਰੋਗੀ ਹਾਂ, ਆਪਾਂ ਸਾਰਿਆਂ ਨੂੰ ਰੋਗ ਲੱਗਿਆ ਹੋਇਆ ਹੈ। ਕਿਸੇ ਨੂੰ ਮਾਇਆ ਦਾ ਰੋਗ ਲੱਗਿਆ ਹੋਇਆ ਹੈ, ਕਿਸੇ ਨੂੰ ਕਿਸੇ ਚੀਜ਼ ਦਾ ਰੋਗ ਲੱਗਿਆ ਹੋਇਆ ਹੈ, ਕਿਉਂਕਿ ਆਪਾਂ ਆਪਣੇ ਆਪ ਨੂੰ ਮਾਲਿਕ ਤੋਂ ਅਲੱਗ ਹੋ ਕੇ ਬੈਠੇ ਹਾਂ। ਆਪ ਜੀ ਨੇ ਸਮਝਾਇਆ ਕਿ ਆਪਾਂ ਤਾਂ ਇੰਨਾ ਪਿੱਛੇ ਪੜ ਜਾਂਦੇ ਹਾਂ। ਆਪ ਨੇ ਕਿਹਾ ਕਿ ਦੇਖੋ ਜੇ ਆਪਾਂ ਕਾਰੋਬਾਰ ਦੇ ਵਿੱਚ ਲੱਗੇ ਜਾਈਏ ਤਾਂ ਆਪਾਂ ਕਾਰੋਬਾਰ ਦੇ ਵਿੱਚ ਹੀ ਲੱਗ ਜਾਂਦੇ ਹਾਂ, ਫਿਰ ਸਾਨੂੰ ਇਹ ਵੀ ਭੋਰਾ ਖਿਆਲ ਨਹੀਂ ਰਹਿੰਦਾ ਕਿ ਕੋਈ ਹੋਰ ਵੀ ਚੀਜ਼ ਵਸਦੀ ਹੈ। ਜੇ ਆਪਾਂ ਪਰਿਵਾਰ ਦੇ ਵਿੱਚ ਚਲੇ ਜਾਂਦੇ ਹਾਂ ਤਾਂ ਪਰਿਵਾਰ ਦੇ ਵਿੱਚ ਇੰਨਾ ਫਸ ਜਾਂਦੇ ਹਾਂ ਕਿ ਫਿਰ ਸਾਨੂੰ ਹੋਰ ਕੋਈ ਚੀਜ਼ ਨਜ਼ਰ ਨਹੀਂ ਆਉਂਦੀ। ਆਪਨੇ ਕਿਹਾ ਕਿ ਦੇਖੋ ਮਾਲਕ ਨੇ ਸਾਨੂੰ ਚੀਜ਼ ਸਿਖਾਈ ਹਨ ਇੱਕ ਬੈਲੈਂਸ ਅਪਰੋਚ ਵਾਸਤੇ, ਲੇਕਿਨ ਅੱਜ ਆਪਾਂ ਉਹਦੇ ਵਿੱਚ ਨਹੀਂ ਕਰਦੇ। ਆਪਨੇ ਕਿਹਾ ਕਿ ਆਪਾਂ ਭੱਜਦੇ ਫਿਰਦੇ ਹਾਂ ਆਪਣੇ ਬੱਚਿਆਂ ਦੇ ਲਈ ਭੱਜਦੇ ਫਿਰਦੇ ਹਾਂ। ਜਦ ਆਪਾਂ ਬੁੱਢੇ ਹੋ ਜਾਂਦੇ ਹਾਂ, ਜਦ ਆਪਾਂ ਇੱਕ ਕੋਲ ਦੇ ਲਈ ਤਰਸਦੇ ਹਾਂ। ਆਪਨੇ ਕਿਹਾ ਕਿ ਅੱਜ ਆਪਾਂ ਇੰਨੇ ਵੱਡੇ ਹੋ ਜਾਂਦੇ हैं कि ਸਾਡੇ ਕੋਲ ਆਪਣੇ ਮਾਂ-ਬਾਪ ਦੇ ਲਈ ਵਕਤ ਨਹੀਂ ਰਹਿੰਦਾ। ਆਪ ਆਪਣੇ ਮਾਂ-ਬਾਪ ਨੂੰ ਫੋਨ ਕਰਕੇ ਨਹੀਂ ਪੁੱਛਦੇ ਕਿ ਤੁਸੀਂ ਕਿੱਦਾਂ ਹੋ। ਆਪਾਂ ਇੰਨੇ ਬਿਜ਼ੀ ਹੋ ਜਾਂਦੇ ਆ। ਆਪਨੇ ਕਿਹਾ ਕਿ ਆਪਾਂ ਤੋਂ ਪਰਮਾਰਥ ਨੂੰ ਵੀ ਇਸ ਚੀਜ਼ ਦੇ ਵਿੱਚ ਡੋਲ ਦਿੰਦੇ ਆ। ਆਪਨੇ ਕਿਹਾ ਕਿ ਆਪਾਂ ਮੰਦਿਰ ਮਸਜਿਦ ਗੁਰਦੁਆਰੇ ਦੇ ਵੀ ਜਾਂਦੇ ਆ, ਉੱਥੇ ਕੋਈ ਦਾਨ ਚੜਾਵਾ ਵੀ ਚੜਾਉਂਦੇ ਆ, ਉੱਥੇ ਵੀ ਉਸ ਦੇ ਏਵਜ ਦੇ ਵਿੱਚ ਇੰਨਾ ਕੁਝ ਮੰਗ ਲੈਂਦੇ ਆ ਕਿ ਜੇ ਮੈਂ ਇਹ ਚੜਾਇਆ ਹੈ ਜੀ ਮੇਰਾ ਇਹ ਪੂਰਾ ਹੋ ਜਾਏ। ਇਸ ਤਰੀਕੇ ਦੇ ਪਰਮਾਰਥ ਦੇ ਵਿੱਚ ਆਪਾਂ ਫਸੇ ਹੋਏ ਹਾਂ। ਆਪਨੇ ਕਿਹਾ ਕਿ ਦੇਖੋ ਜ਼ਿੰਦਗੀ ਦੇ ਵਿੱਚ ਸਾਡਾ ਕੁਝ ਬਦਲ ਵੀ ਜਾਵੇ ਤਾਂ ਕੀ ਫਾਇਦਾ ਹੋਊਗਾ। ਆਪਨੇ ਕਿਹਾ ਕਿ ਦੇਖੋ ਇੱਥੇ ਕੁਝ ਮਾੜਾ ਕਰਨਗੇ, ਅਗਲੇ ਜਨਮ ਦੇ ਵਿੱਚ ਮਾੜਾ ਹਾਲ ਹੋਵੇਗਾ, ਉਹ ਕਰਮ ਕਰਕੇ ਇੱਥੇ ਆ ਜਾਣਗੇ। ਫਿਰ ਆਪਨੇ ਕਿਹਾ ਕਿ ਜੇ ਆਪਾਂ ਨੇ ਕੁਝ ਚੰਗਾ ਕਰ ਦਿੱਤਾ, ਅੱਗੇ ਕੁਝ ਸੇਠ ਸਾਹੂਕਾਰ ਬਣ ਕੇ ਆ ਜਾਣਗੇ, ਫਿਰ ਵੀ ਕਰਮ ਭੋਗਣੇ ਪੈਣਗੇ। ਜਿਹੜੀ ਲੋਹੇ ਦੀ ਬੇੜੀਆਂ ਹਨ ਉਹ ਸੋਨੇ ਦੀ ਬੇੜੀਆਂ ਦੇ ਵਿੱਚ ਆ ਜਾਣਗੇ, ਲੇਕਿਨ ਰਹੇਂਗੇ ਤਾਂ ਕੈਦੀ ਤੇ ਕੈਦੀ ਹੀ। ਉਹਨਾਂ ਨੇ ਕਿਹਾ ਕਿ ਜਿੰਨਾ ਚਿਰ ਆਪਾਂ ਭਜਨ ਸਿਮਰਨ ਨਹੀਂ ਕਰਾਂਗੇ, ਉਸ ਮਾਲਕ ਦੇ ਨਾਲ ਆਪਣੀ ਉਹ ਜਿਹੜੀ ਲਿਵ ਹੈ ਉਹ ਨਹੀਂ ਲਾਵਾਂਗੇ, ਸਾਡੀ ਮੁਕਤ ਨਹੀਂ ਹੋ ਸਕਦੀ। ਇਹ ਜਿਹੜਾ ਆਣਾ ਜਾਣਾ ਹੈ ਚੱਲਦਾ ਰਹੂਗਾ, ਲੇਕਿਨ ਇਨਸਾਨ ਸਮਝਦਾ ਨਹੀਂ ਹੈ, ਇਨਸਾਨ ਭਜਦਾ ਫਿਰਦਾ ਹੈ। ਫਿਰ ਜਦ ਆਖਰੀ ਵੇਲਾ ਆਉਂਦਾ ਹੈ ਫਿਰ ਇਹ ਪਛਤਾਉਂਦਾ ਹੈ। ਆਪਨੇ ਕਿਹਾ ਕਿ ਆਪਾਂ ਆਮ ਤੌਰ ਦੇ ਉੱਤੇ ਕਾਲ ਨੂੰ ਮਾੜਾ ਕਹਿ ਦਿੰਦੇ ਆ ਕਿ ਜੀ ਕਾਲ ਕਰਵਾ ਰਿਹਾ ਹੈ। आज हुजूर जी ने सख्त कहा कि काल कोई नेगेटिव पावर नहीं कि आप कह देंगे हैं जी काल साडे नाल माड़ा कर रहा है। आपने कहा कि देखो आप जिस कंट्री दे विच रहिंदे आ, कंट्री दा एक कानून है, हर देश दा एक कानून है, की गलत है की सही है। वो कानून किसने बनाया? सरकार ने बनाया। उस कानून की उलंघना ना होवे उस दे लई पुलिस बनाई गई है। उलंघन हो जाता है उसका हिसाब कराने वास्ते कोर्ट बनाई गई है, कोर्ट दे विच एक जज बिठाया गया है। हुण तुसी एक चीज़ समझो कि जे कोई माड़ा करता है तो जज उन्होंने सज़ा दे देंदा है। जे आप जज नूं गाला कढ़ना शुरू कर दईए, जे जज नूं कहना शुरू कर दईए कि इन्ना खराब आदमी है, तो सानूं सियाणा कौन कहूगा? भाई कानून किसने बनाया? सरकार ने। गलत कौन किया? तू। तो फिर जज दी इहदे विच की गलती है? उन्होंने कहा कि वही काल है। काल की है? काल तो उस परमात्मा का सेवक है। उन्होंने एक सेवा दी गई है कि भाई जिहो जे जिन्हां दे जो कर्म होणगे तो उस हिसाब दे नाल उन्होंने सज़ा देनी है, तो उस सज़ा दे जे कोई चंगे होणगे उन्होंने रिवार्ड देना है। इस करके ये स्वर्ग ते नरक दा कंसैप्ट है। लेकिन जिहड़ी मुक्ति है वो परमात्मा ने गुरमुखां नूं दित्ती है कि जे गुरमुखां दे दायरे दे विच आपां आ जांदे हां तो साडी जिहड़ी संभाल है वो मालिक करदा है। फिर आप इस काल के दायरे तो उपर उठ के उस मालिक के दायरे दे विच चले जाते हैं, तां करके सानूं भजन सिमरन दिता जाता है। लेकिन जे आप अपने आप नूं भजन सिमरन करके उस दायरे तक पहुँचांगे नहीं तो साडी ते जिहड़ी हिसाब किताब है वो काल नहीं करना है। फिर आप क्यों उहदे उत्ते सवाल उठाते हैं? फिर अगे आप जी ने समझाया कि देखो अज आपां ना मनमुख होए बैठे हैं, कोई विरला ही है जिहड़ा गुरमुख की तरफ चलता है। अज आप रोंदे फिरदे हैं,
ਅੱਜ ਆਪਾਂ ਕਰਦੇ ਫਿਰਦੇ ਆ ਕਿ ਜੀ ਇਹ ਨਹੀਂ ਹੁੰਦਾ, ਉਹ ਨਹੀਂ ਹੁੰਦਾ। ਆਪ ਜੀ ਨੇ ਕਿਹਾ ਕਿ ਜੇ ਆਪਾਂ ਸ਼ਰਨ ਦੇ ਵਿੱਚ ਜਾਵਾਂਗੇ, ਜੇ ਆਪਾਂ ਉਸ ਮਾਲਕ ਦੇ ਅੱਗੇ ਅਰਦਾਸ ਕਰਾਂਗੇ ਤਾਂ ਜ਼ਰੂਰ ਸਾਡੇ ਸੰਭਾਲ ਕਰੂਗਾ, ਲੇਕਿਨ ਕੋਸ਼ਿਸ਼ ਸਾਨੂੰ ਕਰਨੀ ਹੈ। ਅੱਜ ਆਪਾਂ ਪੂਰੇ ਤਰੀਕੇ ਦੇ ਨਾਲ ਆਪਣੇ ਆਪ ਨੂੰ ਪਿੱਛੇ ਕਰਕੇ ਬੈਠ ਗਏ। आपने कहा कि सानू हर चीज़ का ख्याल है, लेकिन सानू उस मालिक का ख्याल नहीं है। तां करके जिहड़े सवाल हैं साडे सामने आते हैं। आपने कहा कि बाणियां के जरिए वो जिहड़े संत महात्मा हैं वो सानू वो असल की तरफ लैके जाना चाहते हैं। आप अक्सर अपनी जिंदगी के विच भरम पा लेंदे हैं कि जी कोई संत है तो सानू कोई चमत्कार करके दिखाऊगा, कोई साडे उत्ते मंत्र मुंत्र मार के दिखाऊगा। इन्हां दे नाल नहीं होण लगा। आप जी ने समझाया कि देखो जे गुरु महाराज नूं यही सब करना हुंदा तो वो अपने लिए भी कर सकते सी। इन्ने संत महात्मा आए, इन्नी पातशाहियां आईयां हन, उन्होंने करनी का रास्ता अपनाया ते कथनी दे विच उन्हां नूं रखिया। आपने अपना जीवन सानू एग्जाम्पल सामने रखिया कि एक रहनी ते सहनी किदां दी होनी चाहिए है। वो अपने लिए भी सब कुछ कर सकते सी। आपने पूरा इतिहास पढ़िया होया है कि उन्होंने अपने वास्ते कीता। देखो मालिक जिहड़ा है वो सानू जरूर बख्शिश करता है, जदों साडा हथ फड़दा है तो वो सानू जरूर चीज़ां तो बचा के चलता है। लेकिन भाई जिहड़ी साडी सोच है वो उस तक ही सीमित रह जाती है। जे संत महात्मा ये सब कुछ करना शुरू कर दे तो आपां उन्हां नूं भी इन्ना ही चमत्कारां नूं लैके उन्हां नूं कोई उपाधि दे देणगे ते साडी जिहड़ी सोच है वो उत्थे तक ही सीमित रह जूगी। लेकिन संतां महात्मा का जिहड़ा मकसद है वो सानू इहदा चीज़ां दे विच फसाना नहीं है। उन्हां दा मकसद है सानू इन्हां चीज़ां तो कढ के वो सच्चाई की तरफ लैके जाना। हजूर जी ने सख्त कहा कि संत महात्मा इत्थे कोई भरम पालण वास्ते नहीं आंदे, वो सानू सच की तरफ लैके जाना चाहते हैं कि वो सच की है। आपने समझाया कि देखो 84 लाख जूनियां हुंदियां हैं, आपां नूं अजे एहसास नहीं है कि किन्नी दर्द ते किन्नी पीड़ा तो बाद आपां इत्थे इस मुकाम तक पहुंचे हैं। आपने कहा जे आपां हिसाब भी लाइए, जे आपां 1 जूली दे विच 1 साल भी कटिया होवे 84 लाख साल हो गए। जे आपां 1 घंटा भी 1 जूली दे विच बिताया होवे 1000 साल हो गए। आप जी ने समझाया कि आपां नूं तां पता ही नहीं आपां किन्ने जन्मां तो कीट कुजंग कुरंग बनते आए हाँ, किन्ने जन्म तो आपां सर्प बनते आए हाँ, किन्ने जन्म तो आपां वृक्ष हैवर बनते हुए आए हाँ। मिल जगदीश मिलन की वरिया कि ये जिहड़ी वरिया सानू मिली है, जिहड़ी वारी सानू मिली है, जिहड़ी अपॉर्चुनिटी सानू मिली है, मिल जगदीश मिलन की वरिया, ये जिहड़ी वारी है उस मालिक तो मिलन दी है। इस पौड़ी से जो नर चूके आए जाए दुख पाएगा, कि जो भी इस पौड़ी तो चूक गया फिर आएगा जाएगा दुख इत्थे पाएगा। फिर पता नहीं उस मालिक दे बख्शीश करके वो सहारा मिले या ना मिले। लेकिन सानू अजे एहसास नहीं है, आपां तां इन्हां चीज़ां नूं सीरियस नहीं लैंदे। आपने कहा कि जिंदगी दे विच सारा कुछ करते हुए भी आपां इन्हां चीज़ां नूं कर सकते हैं, लेकिन इंसान जिहड़ा है वो अपने आप नूं एक तरफा करके बैठ जाता है, दरमियान का रस्ता नहीं अपनाता। तां करके जिहड़ियां चीज़ां हन वो सानू करदियां हन। आपने कहा कि आप मालिक नूं ही भुल के बैठ गए हैं, जो जिहड़ा क्रिएटर है जिन्होंने सारा कुछ बनाया है उन्होंने ही भुल के बैठ गए हैं। आपने सख्त कहा कि सानू भाई जागण की लोड़ है, सानू अगे वधन की लोड़ है, सानू अपनी करनी दे विच जिहड़ियां चीज़ां हन वो करन दी लोड़ है। ये सुनन सुनाण दीयां गल्लां नहीं हैं ते आपां अज सुन लईए जिहड़ा अमल दे विच लाऊगा। आपने कहा कि साडे जिंदगी दे विच दुख आ जाते हैं। आपने कहा सुख में दुख में सिमरन सब करे, सुख में करे न कोई, जो सुख में सिमरन करे दुख काहे को होए। आपने कहा कि आप तो सिर्फ रोंदे फिरदे हैं, आप कदे ग्रैटिट्यूड की भावना लैके नहीं आते, आप कदे उस शुक्र की भावना लैके नहीं आते। लेकिन जिहड़ा उस सुख दे विच भी उस मालिक दा
याद करता है, वो मालिक कदे फिर उन्हें दुख नहीं देता। फिर उन्होंने दी अवस्था बन जाती है कि दुख सुख दोनों सम कर जान, मान और अपमाना। तो फिर वो अवस्था यही जी बन जाती है कि फिर उन्होंने ना दुख सताउंदे हैं ना सुख सताउंदे हैं। फिर उस अवस्था तक पहुंच जाता है ਜਿਹੜੀਆਂ दोनों चीज़ां ਜਿਹੜੀਆਂ ਹਨ बराबर बन जांदियां हैं। लेकिन मालिक ने जिहड़ी अवस्था है वो सारिਆਂ ਨੂੰ ਦਿੱਤੀ है, लेकिन करनी सानू पऊगी। ਸਾਡੇ ਤੋਂ वक्त नहीं निकलता, ਆਪਾਂ ਦੇ ਕੋਲ ਸਾਰੀਆਂ चीज़ां ਦੇ ਲਈ वक्त है। हजूर जी ने कहा कि ਆਪਾਂ हर चीज़ की टाइमिंग बिठाए बैठे हैं, लेकिन एक भजन सिमरन के लिए ਸਾਡੇ ਕੋਲ टाइम नहीं है। ਸਾਡੇ ਕੋਲ सिर्फ भजन सिमरन के लिए बहाने हैं। अज ये बहाना, कल नूं वो बहाना। जिन्ना चिर आप सीरियस नहीं होणगे अगे नहीं बढ़ सकते। ते आखिरी दे विच आपने कॉन्क्लूड करते हुए बाणी नूं समझाया कि देखो महाराज जी ने सानू सारा कुछ समझा दिता। बाणी की शुरुआत करते हुए समझा दिता कि गुरु कौन है, वो भक्ति केड़ी करनी है, वो केड़ा साधन अपनाना है। इस बाणी के जरिए आपने साडे सारे सवालों के जवाब दे दिते ते सानू वो प्रकाश की तरफ भी लैके चले गए कि किहड़ियां साडियां कमियां हन ते सानू कित्थे जाना है, वो किहड़ी रुकावट है कि सानू जिहड़ी सानू इत्थे रोक रही है। हुण साडे उत्ते मुनस्सर है कि आपां ने इन्हां चीज़ां नूं समझदे हुए किवें अगे वधना है। हजूर जी ने कहा कि देखो ये जिहड़ा मौका है बड़े भागां वालियां नूं मिला है, सानू हुण इहदी जिहड़ी कदर है वो करके विखानी है। आपां जे कदर करांगे जरूर मालिक बख्शिश करूगा। उन्होंने कहा कि सिर्फ पढ़न दे नाल ਜਾਂ फिर इन्हां चीज़ों को रिपीट करने के नाल नहीं होने लगा। आप जी ने कहा पढ़िए चेते बरस बरस, पढ़िए चेते मास, पढ़िए चेते आरजा, पढ़िए चेते श्वास, नानक लिखे एक गल हुमे चखण चार। आपने कहा कि देखो पढ़न दे नाल नहीं होने लगा, तुसीं भावें इन्हां नूं कितने भी पढ़ते रहो, जिन्ना चिर इन्हां चीज़ों को अमल दे उत्ते नहीं लाओगे, जिन्ना चिर इन्हां चीज़ों को प्रैक्टिकल करके नहीं विखावोगे, करनी दे विच नहीं धारण करोगे, चीज़ां नहीं बदल सकदियां। बदलाव जिहड़ा है सानू आपां नूं लैके आना है, वो जिहड़ा एफर्ट है वो सानू इत्थे करन दी लोड़ है। आपां एफर्ट नहीं ला रहे हैं, तां करके आपां पिछे हैं, तां करके आपां उस अवस्था तक नहीं पहुंच रहे हैं। आपने कहा कि वो मालिक जिहड़ा है वो साडे तो अलग नहीं है, वो मालिक दी जिहड़ी हस्ती है वो सारियां दे विच है। मालिक तां कट कट दे विच है, कट कट विच हर जू बसे संतन कहो पुकार। कट कट दे विच वो जिहड़ा मालक है वो बसा होया है, लेकिन साडी जिहड़ी अख है वो सानू वो देखण नहीं दिंदी। आपने कहा पीका भूखा को नहीं, सबकी गठड़ी लाल, गिरै खोल नहीं जानदे ताते बहे कंगाल। आपने कहा कि आप सोचते हैं कि जी साडे उत्ते बख्शीश नहीं है। आपने कहा पीका सी समझाते हैं कि वो मालिक की जिहड़ी बख्शीश है सारियां दे कोल है, वो जिहड़ी गठड़ी है रूहानियत दी वो सारियां नूं दित्ती गई है, लेकिन आप खोलना नहीं जानते, वो सिमरन नहीं करते, तां करके आप कंगाल बहे बैठे हैं। आपने कहा कि जिन्ना चिर आप इन्हां चीज़ों को प्रैक्टिकल दे विच नहीं लावांगे, करके नहीं विखावांगे, चीज़ां अगे नहीं बढ़ सकदियां। ते आपने कहा कि भाई हुण वक्त आ गया है, सानू करके विखाना है, कुछ बन के विखाना है। याद रखो मालिक ने सानू सारियां बख्शिश दे दी है, वो जुक्ति समझा दी है। हुण साडे उत्ते मुनस्सर है कि आपां ने इस चीज़ को करके विखाना है। याद रखो जे आप उस मालिक का समझ के अपने आप को रखांगे, वो मालिक साडा स्वार्थ भी बनावेगा, वो मालिक साडा परमार्थ भी बनावेगा। लेकिन सानू करना पैना है, करके विखाना है ते कुछ बन के विखाना है। तो ये सी कि अज दे सत्संग की समरी मैं कोशिश की, ते आपां नूं भी चाहिदा है कि आपां भी इन्हां बाणियां नूं लैके अपने आप नूं इन्हां चीज़ां नूं अमल दे उत्ते लाइए। ते मालिक साडे तो सिर्फ साडा भजन सिमरन मंगदा है, और कुछ नहीं मंगदा। जे आपां मालिक दे लई इन्ना भी नहीं कर सकते तो सानू सोचण दी लोड़ है। आइए आपां सारे इस तो प्रेरणा लैंदे होए इकट्ठे हो के जिन्ना भी वक्त साडे तो बने जरूर मालिक दे लई कढीए ते मालिक दे लागे लग के अपना जीवन सफल बनाइए। आखिरी दे विच मालिक ही साडे काम आऊगा, सारियां चीज़ां ने साडा साथ छड़ जाना है। आइए आपां भी प्रेरणा लईए ते अपने आप नूं मालिक दे नाल जोड़िए। राधा स्वामी जी।